ਗੁਰਮੀਤ ਸਿੰਘ ਲਾਲ ਤੋਂ ਜਿਹੜੇ ਕਿ ਬਾਅਦ ਦੇਸ਼ ਤੱਕ ਯਾਦਗਾਰ ਕਮੇਟੀਆਂ ਰਹੇ ਕੰਮਾਂ ਗਾਟਾ ਮੰਜ ਪਿੱਛੇ ਬੜੇ ਅਨੇਕਾਂ ਬੰਦੇ ਨੇ ਗਰੇਵਾਲਾਂ ਦੇ ਜਿਨ੍ਹਾਂ ਨੇ ਮਤਲਬ ਹਿੰਦੁਸਤਾਨ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤੇ ਸੋ 1896 ਤੇ ਆਪਣੇ ਪਿੰਡੋਂ ਇਹਨਾਂ ਨੇ ਮਤਲਬ ਜੰਮ ਕੇ ਤਾਂ ਪਿੰਡੋਂ ਇਹਨਾਂ ਪ੍ਰਾਇਮਰੀ ਸਕੂਲ ਪਾਸ ਕੀਤਾ ਜੀ ਤੇ ਬਾਅਦ ਦੇ ਵਿੱਚ ਥੋੜੇ ਸਮੇਂ ਲਈ ਗੁੱਜਰਵਾਲ ਵੀ ਪੜ੍ਹੇ ਬਾਅਦ ਦੇ ਵਿੱਚ ਇਹ ਜਿਹੜਾ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਸੀ ਉੱਥੇ ਚਲੇ ਗਏ ਜੀ ਉੱਥੇ 7ਵੀਂ ਚ ਪੜ੍ਹਦੇ ਸੀ ਤਾਂ ਇਹਨਾਂ ਨੇ ਉਹ ਸਕੂਲ ਚੋਂ ਸਕੂਲ ਛੱਡਦਾ ਤੇ ਆਪਣਾ ਸਰਟੀਫਿਕੇਟ ਲੈ ਲਿਆ ਜੀ ਪੜ੍ਹਨੇ ਨੂੰ ਬਹੁਤ ਤੇਜ਼ ਸੀ ਪੜ੍ਹਨੇ ਨੂੰ ਜੀ ਤੇ ਉਹ 7ਵੀਂ ਦੀ ਥਾਂ ਤੇ 9ਵੀਂ ਲੈ ਕੇ ਤਾਂ ਆਰੀਆ ਸਕੂਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਵਾਹ ਜੀ ਕੁਝ ਸਮਾਂ ਤਾਂ ਪੜ੍ਹਦੇ ਰਹੇ ਲੇਕਿਨ ਬਾਅਦ ਵਿੱਚ ਗੱਲ ਨਿਕਲੀ ਵੀ ਛੋਟੀ ਜਿਹੀ ਉਮਰ ਦਾ ਮੁੰਡਾ 9ਵੀਂ ਚ ਪੜ੍ਹਦਾ ਆ ਤੇ ਇਹ ਕੀ ਗੱਲ ਪਤਾ ਲੱਗ ਗਿਆ ਕਿ ਇਹ ਤਾਂ ਇਹਨੇ ਗੜਬੜ ਕੀਤੀ ਹੈ 7ਵੀਂ ਤਾਂ 9ਵੀਂ ਲੈ ਕੇ ਦਾਖਲ ਹੋਇਆ ਹੈਗਾ ਜੀ ਹਾਂਜੀ ਤੇ ਉਹਨਾਂ ਨੇ ਫਿਰ ਸਕੂਲ ਚੋਂ ਕੱਢ ਦਿੱਤਾ ਜੋ ਸਕੂਲ ਚੋਂ ਕੱਢ ਦਿੱਤਾ ਤਾਂ ਫਿਰ ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਸੀ ਮੰਗਲ ਸਿੰਘ ਹੋਰਾਂ ਦੀ ਇਹਨਾਂ ਦੀ ਮਾਂ ਦਾ ਨਾਂ ਸਾਹਿਬ ਕੌਰ ਸੀ ਤੇ ਇਹਨਾਂ ਦਾ ਦਾਦਾ ਜੀ ਬਦਨ ਸਿੰਘ ਉਹਨੇ ਫਿਰ ਇਹਨਾਂ ਨੂੰ ਇਹਨਾਂ ਦੇ ਚਾਚੇ ਕੋਲ ਭੇਜ ਦਿੱਤਾ ਉੜੀਸਾ ਦੇ ਵਿੱਚ ਜੀ ਇਹਨਾਂ ਦੇ 3 ਚਾਚੇ ਸੀ ਤਿੰਨੋਂ ਬੜੀਆਂ ਵੱਡੀਆਂ ਪੋਜੀਸ਼ਨਾਂ ਉੱਤੇ ਸੀ ਗਰੇਵਾਲ ਪੜ੍ਹੇ ਹੁੰਦੇ ਆ ਜੀ ਤੇ ਜਿਹੜਾ ਇਹਨਾਂ ਦਾ ਚਾਚਾ ਸੀ ਉੜੀਸਾ ਦੇ ਵਿੱਚ ਉਹਦੇ ਕੋਲ ਚਲੇ ਗਏ ਉੱਥੋਂ ਇਹਨਾਂ ਨੇ 10ਵੀਂ ਪਾਸ ਕੀਤੀ ਤਾਂ ਉਹ ਤੋਂ ਬਾਅਦ ਇਹ ਅਮਰੀਕਾ ਦੇ ਵਿੱਚ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਉਹਦੇ ਵਿੱਚ ਪੜ੍ਹਨ ਆਏ ਵਾਹ ਜੀ ਕਮਾਲ ਦੀ ਗੱਲ ਇੱਕ 15 ਸਾਲ ਦਾ ਮੁੰਡਾ 16ਵਾਂ ਵਰ੍ਹਾ ਚੜਿਆ ਆ ਤੇ ਉਹ ਜਹਾਜ਼ ਵਿੱਚ ਚੜ੍ਹ ਕੇ ਅਮਰੀਕਾ ਪੜ੍ਹਨ ਆ ਰਿਹਾ ਵਾਹ ਜੀ ਵਾਹ ਇੱਥੋਂ ਅੰਦਾਜ਼ਾ ਲਾ ਲਓ ਉਹਦੀ ਬੁੱਧੀ ਦਾ ਬਿਲਕੁਲ ਤੇ ਇੰਡੀਆ ਦੇ ਵਿੱਚ ਇਹਨੂੰ ਵੈਸੇ ਨੇ ਸਾਥੀ ਸੀ ਇਹਨੂੰ ਉੱਡਣਾ ਸੱਪ ਜਾਂ ਖੜੱਪਾ ਸਾਦੇ ਹੁੰਦੇ ਸੀ ਜੀ ਕਿਤਾਬ ਸਾਹਿਬ ਦਾ ਰੰਗ ਬੜਾ ਪੱਕਾ ਸੀ ਇਹਨਾਂ ਦਾ ਹੈ ਜੀ ਤੇ ਪਤਲਾ ਸੀ ਲੇਕਿਨ ਬਹੁਤ ਹੀ ਤੇਜ਼ ਤਰਾਰ ਸੀ ਪੜ੍ਹਨੇ ਨੂੰ ਵੀ ਸ਼ਾਇਦ ਤੇ ਖੇਡਾਂ ਵਗੈਰਾ ਦੇ ਵਿੱਚ ਵੀ ਜੀ ਇਸ ਕਰਕੇ ਇਹਨੂੰ ਉੱਡਣਾ ਸੱਪ ਜਾਂ ਖੜੱਪਾ ਸਾਦੇ ਸੀ ਜੀ ਜੀ ਤੇ ਇੱਥੇ ਆ ਕੇ ਇਹ ਬਰਕਲੇ ਯੂਨੀਵਰਸਿਟੀ ਪੜ੍ਹਨ ਲੱਗ ਪਏ ਸੀ ਕੈਮਿਸਟਰੀ ਦੇ ਵਿੱਚ ਇਹਨਾਂ ਦਾ ਮੇਜਰ ਸੀ ਰਸਾਇਣਿਕ ਵਿਗਿਆਨ ਜੀ ਜੀ ਤੇ ਇਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਥੇ ਆਸਟ੍ਰੇਲੀਆ ਕੰਮ ਕਰਦੇ ਸੀ ਮਿਲ ਦੇ ਵਿੱਚ ਤਾਂ ਉਸ ਮੌਕੇ ਹੀ ਇੱਥੇ ਗਦਰ ਪਾਰਟੀ ਨਹੀਂ ਰੱਖੀ ਗਈ ਜਿੱਥੇ ਸੋਹਣ ਸਿੰਘ ਭਕਨਾ ਪ੍ਰਧਾਨ ਬਣਾਏ ਗਏ ਲਾਲਾ ਹਰਦਿਆਲ ਸਕੱਤਰ ਸੀ ਜੀ ਤੇ ਇਹ ਮਤਲਬ ਉਸ ਮੌਕੇ ਦੀ ਗੱਲ ਹੈਗੀ ਆ ਜਿੱਥੇ ਮਤਲਬ ਇਹ ਗਦਰ ਪਾਰਟੀ ਨਹੀਂ ਰੱਖੀ ਗਈ ਇੱਥੇ ਆਪਾਂ ਗਦਰ ਪਾਰਟੀ ਦੇ ਆਦੇਸ਼ ਹੈ ਉਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਕਿ ਕਿਸ ਕਿਸਮ ਦਾ ਉਹਨਾਂ ਦਾ ਮਕਸਦ ਸੀਗਾ ਕੀ ਮਕਸਦ ਸੀ ਹੈ ਹਾਂਜੀ ਹਾਂਜੀ ਸੋ ਮਕਸਦ ਇਹ ਸੀ ਇੱਕ ਤਾਂ ਇਹ ਸੀ ਕਿ ਹਥਿਆਰਬੰਦ ਇਨਕਲਾਬ ਰਾਹੀਂ ਉਹ ਹਿੰਦੁਸਤਾਨ ਲਈ ਆਜ਼ਾਦੀ ਪ੍ਰਾਪਤ ਕਰਨੀ ਚਾਹੁੰਦੇ ਸੀ ਜੀ ਉਹ ਸ਼ਾਂਤੀ ਵਿੱਚ ਇਹ ਨਹੀਂ ਕੋਈ ਸ਼ਾਂਤੀ ਦੇ ਵਿਰੁੱਧ ਸੀ ਲੇਕਿਨ ਉਹਨਾਂ ਦਾ ਯਕੀਨ ਸੀ ਕਿ ਸ਼ਾਂਤੀ ਨਾਲ ਆਜ਼ਾਦੀ ਨਹੀਂ ਮਿਲਣੀ ਕਿਉਂਕਿ ਉਹ ਅਮਰੀਕਾ ਵਿੱਚ ਉਹਨਾਂ ਨੂੰ ਪਤਾ ਹੈ ਕਿ ਅਮਰੀਕਾ ਨੇ ਵੀ ਤਾਂ ਆਪਣਾ ਜਿਹੜਾ ਆਜ਼ਾਦੀ ਲਈ ਜਾਂ ਇੰਗਲੈਂਡ ਤੋਂ ਹਥਿਆਰਾਂ ਦੇ ਜ਼ੋਰ ਲਈ ਆ ਨਾ ਜੀ ਸੋ ਸਭ ਤੋਂ ਵੱਡੀ ਐਗਜ਼ਾਮਪਲ ਉਹਨਾਂ ਸਾਹਮਣੇ ਅਮਰੀਕਾ ਦੀ ਸੀ ਜੀ ਤੇ ਉਹ ਹਿੰਦੁਸਤਾਨ ਦੇ ਵਿੱਚ ਬਿਲਕੁਲ ਅਮਰੀਕਾ ਵਰਗਾ ਹੀ ਜਿਹੜਾ ਮਤਲਬ ਪੰਚਾਇਤੀ ਕੌਮੀ ਰਾਜ ਰਿਪਬਲਿਕ ਕਰਨਾ ਚਾਹੁੰਦੇ ਸੀਗੇ ਤੇ ਤੀਜੀ ਜਿਹੜੀ ਉਹਨਾਂ ਦੀ ਮਤਲਬ ਵੱਡੀ ਖੂਬੀ ਆ ਉਹ ਇਹ ਸੀ ਕਿ ਉਹ ਇਹ ਪਹਿਲੀ ਗੈਰ ਫਿਰਕੂ ਤੇ ਧਰਮ ਨਿਰਲੇਪ ਪਾਰਟੀ ਸੀ ਹਿੰਦੁਸਤਾਨ ਜਿਹੜੀ ਹਿੰਦੁਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਸੀ ਜੀ ਜਾਤ ਪਾਤ ਦੇ ਬਿਲਕੁਲ ਵਿਰੁੱਧ ਸੀ ਵਾਹ ਜੀ ਉਹਨਾਂ ਦੀਆਂ ਲਾਈਨਾਂ ਨੇ ਛੂਤ ਛਾਤ ਦਾ ਕੋਈ ਖਿਆਲ ਨਾ ਹੀ ਸਾਨੂੰ ਪਰਖ ਨਾ ਚੂੜੇ ਚਮਾਰ ਵਾਲੀ ਰਲ ਕੇ ਸਭ ਗਰੀਬਾਂ ਨੇ ਗਦਰ ਕਰਨਾ ਆਸ ਰੱਖਣੀ ਨਹੀਂ ਮਕਾਰ ਵਾਲੀ ਅਸੀਂ ਕੋਈ ਬੇਈਮਾਨੀ ਨਹੀਂ ਕਰਨੀ ਅਸੀਂ ਤਾਂ ਸਭ ਭਰਾ ਆ ਸਾਨੂੰ ਕੋਈ ਫਰਕ ਨਹੀਂ ਕੋਈ ਚੂੜਾ ਜਾਂ ਚਮਾਰ ਅਸੀਂ ਸਾਰੇ ਭਰਾ ਆ ਬਿਲਕੁਲ ਜਾਤ ਪਾਤ ਦੇ ਵਿਰੁੱਧ ਸੀ ਉਹ ਜੀ ਤੇ ਅੰਤਰਰਾਸ਼ਟਰੀ ਸੋਚ ਸੀ ਉਹ ਇਹ ਸਿਰਫ ਹਿੰਦੁਸਤਾਨ ਦੀ ਆਜ਼ਾਦੀ ਲਈ ਉਹ ਫਿਕਰਮੰਦ ਨਹੀਂ ਸੀ ਜੀ ਦੂਜੇ ਮੁਲਕਾਂ ਵਿੱਚ ਵੀ ਜਿੱਥੇ ਵੀ ਕਿਤੇ ਕੋਈ ਆਪਣੇ ਹੱਕਾਂ ਲਈ ਲੜ ਰਿਹਾ ਸੀ ਆਪਣੀ ਆਜ਼ਾਦੀ ਲਈ ਚਾਹੇ ਉਹ ਆਇਰਿਸ਼ ਸੀ ਚਾਹੇ ਮਿਸਰ ਵਾਲੇ ਸੀ ਜਾਂ ਚੀਨ ਵਾਲੇ ਉਹ ਉਹਨਾਂ ਦੇ ਨਾਲ ਪੂਰਾ ਸਾਥ ਦਿੰਦੇ ਸੀ ਸੋ ਇਹ ਇਹਨਾਂ ਦੇ ਆਦੇਸ਼ ਸੀ ਤੇ 1 ਨਵੰਬਰ 1913 ਨੂੰ ਜਿਹੜਾ ਮਤਲਬ ਗਦਰ ਅਖਬਾਰ ਕੱਢਣਾ ਸ਼ੁਰੂ ਕੀਤਾ ਇੱਥੋਂ ਸੈਨ ਫਰਾਂਸਿਸਕੋ ਉੱਥੇ ਇਹਨਾਂ ਨੇ ਇੱਕ ਮਕਾਨ ਕਿਰਾਏ ਤੇ ਲਿਆ ਜੀ ਉਹਦੀ ਤਸਵੀਰ ਆ ਮੇਰੇ ਪਾਸ ਪਹਿਲਾ ਗਦਰ ਬੜੇ ਲੋਕਾਂ ਨੂੰ ਘੱਟ ਜਿਹੜੀ ਬਾਅਦ ਵਾਲਾ ਜਿਹੜਾ ਇਹਨੇ ਆਪ ਗਦਰ ਆਸ਼ਰਮ ਬਣਾਇਆ ਉਹਦੀ ਫੋਟੋ ਮਿਲਦੀ ਆ ਜੀ ਜਿਹੜਾ ਹਿਲ ਸਟਰੀਟ ਦੇ ਉੱਤੇ 436 ਹਿਲ ਸਟਰੀਟ ਤੇ ਮਕਾਨ ਲਿਆ ਸੀ ਕਿਰਾਏ ਉਹ ਮੇਰੀ ਕਿਤਾਬ ਵਿੱਚ ਫੋਟੋ ਵੀ ਆ ਜੀ ਉਹ ਜਦੋਂ ਮੈਂ ਦੇਖਦਾ ਤਾਂ ਮੈਨੂੰ ਪੌੜੀਆਂ ਤੇ ਤੁਰਿਆ ਜਾਂਦਾ ਕਰਤਾਰ ਸਿੰਘ ਸਰਾਭਾ ਜੀ ਦਾ ਉੱਤੇ ਕਮਰਾ ਮੈਨੂੰ ਦੀਦਾ ਇਹਦੇ ਕਰਤਾਰ ਸਿੰਘ ਸਰਾਭਾ ਸੁੱਤਾ ਪਿਆ ਹੈਗਾ ਥੱਲੇ ਕਮਰਾ ਤੇ ਮੈਨੂੰ ਦੀਦਾ ਇਹਦੇ ਵਿੱਚ ਕਰਤਾਰ ਸਿੰਘ ਸਰਾਭਾ ਅਖਬਾਰ ਤੇ ਕੰਮ ਕਰਦਾ ਹੋਏਗਾ ਜੀ ਜੀ ਸੋ ਇਹ ਜਿਹੜਾ ਮਤਲਬ ਸਰਾਭਾ ਸੀ ਇਹਨੇ ਗਦਰ ਅਖਬਾਰ ਦੇ ਜਿਹੜਾ ਪੰਜਾਬੀ ਦਾ ਸੈਕਸ਼ਨ ਸੀ ਉਹ ਇਹਨਾਂ ਦੇ ਅਧੀਨ ਸੀ ਜਿੰਨਾ ਵੀ ਪੰਜਾਬੀ ਕੇਵਲ ਲਾਲਾ ਹਰਦਿਆਲ ਨੂੰ ਤਾਂ ਪੰਜਾਬੀ ਉਸ ਕਿਸਮ ਨਹੀਂ ਸੀ ਨਾ ਆਉਂਦੀ ਜੀ ਜੀ ਤੇ ਪੰਜਾਬੀ ਸੈਕਸ਼ਨ ਨੂੰ ਇਹ ਐਡਿਟ ਕਰਦੇ ਸੀ ਬੜਾ ਮਿਹਨਤੀ ਬੰਦਾ ਸੀ
ਉਹਨੂੰ ਛਾਪਣਾ, ਕਿਉਂਕਿ ਪਹਿਲਾਂ ਮਸ਼ੀਨ ਹੱਥ ਨਾਲ ਚੱਲਦੀ ਸੀ, ਬਾਅਦ ਵਿੱਚ ਬਿਜਲੀ ਵਾਲੀ ਆ ਗਈ ਸੀ ਜੀ ਜੀ। ਉਹਨਾਂ ਦੇ ਪੇਪਰ ਨੂੰ ਫੋਲਡ ਕਰਨਾ, ਉਹਨਾਂ ਦੇ ਮਤਲਬ ਲਿਫਾਫਿਆਂ 'ਚ ਪਾਉਣੇ, ਐਡਰੈਸ ਕਰਨੇ, ਸਟੈਂਪਾਂ ਲਾਉਣੀਆਂ, ਇਹ ਸਾਰਾ ਹੀ ਕੰਮ ਕਰਦਾ ਸੀ ਸਰਾਭਾ। ਥੱਕ ਟੁੱਟ ਜਾਂਦਾ ਸੀ ਤੇ ਫਿਰ ਕਹਿੰਦੇ ਕਰਤਾਰ ਸਿੰਘ ਸਰਾਭਾ ਉਹਦੀ ਮਤਲਬ ਇਹ ਸਤਰਾਂ ਗਾਇਆ ਕਰਦਾ ਸੀ, ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਸੋ ਇਸ ਕਿਸਮ ਦਾ ਇਹਨਾਂ ਦਾ ਕੰਮ ਸੀ। ਤੇ ਇਹ ਬਾਅਦ ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਸਾਡੇ ਇੱਥੇ ਆਇਆ ਜੀ 1914 ਦੇ ਵਿੱਚ ਮਈ ਦੇ ਵਿੱਚ ਤੇ ਜੁਲਾਈ ਵਿੱਚ ਵਾਪਸ ਗਿਆ। 23 ਮਈ ਨੂੰ ਇੱਥੇ ਪਹੁੰਚਿਆ ਵੈਨਕੂਵਰ ਤੇ 23 ਜੁਲਾਈ ਨੂੰ ਵਾਪਸ ਭੇਜਿਆ 2 ਮਹੀਨੇ ਬਾਅਦ। ਹਾਂਜੀ। ਉਹਦੇ ਵਿੱਚ ਵੀ ਜਿਹੜੇ ਅਮਰੀਕਾ ਵਾਲੇ ਗਦਰੀ ਸੀ ਇਹਨਾਂ ਦਾ ਪੂਰਾ ਮੇਲ ਸੀ ਵੈਨਕੂਵਰ ਦੇ ਗਦਰੀਆਂ ਨਾਲ। ਠੀਕ। ਪੈਸਾ ਇਕੱਠਾ ਕੀਤਾ, ਹੋਰ ਜੋ ਕੁਝ ਵੀ ਸੀ। ਜਦੋਂ ਕਾਮਾਗਾਟਾ ਮਾਰੂ ਵਾਪਸ ਭੇਜਿਆ ਜਾਣਾ ਸੀ ਤਾਂ ਜਿਹੜੇ ਗਦਰੀ ਸੀ ਇਹ ਚਾਹੁੰਦੇ ਸੀ ਕਿ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਪਿਸਤੌਲ ਮਤਲਬ 200-300 ਜਾਂ 400 ਜਿੰਨਾ ਵੀ ਵੱਧ ਤੋਂ ਵੱਧ ਭੇਜਿਆ ਜਾਵੇ। ਇੱਥੇ ਖਰੀਦਣ ਦੀ ਕੋਸ਼ਿਸ਼ ਕੀਤੀ, ਮਿਲਣਾ ਕਾਮਯਾਬ ਨਾ ਹੋਏ ਜੀ। ਇਸ ਲਈ ਸਾਡੇ ਗੁਰੂ ਘਰ ਦੇ ਪ੍ਰਧਾਨ ਭਾਈ ਭਾਗ ਸਿੰਘ, ਗ੍ਰੰਥੀ ਬਲਵੰਤ ਸਿੰਘ ਤੇ ਹਰਨਾਮ ਸਿੰਘ ਕਾਹਲੀ ਸਾਹਿਬ ਜਿਹਨੇ ਮੈਂ ਪਹਿਲਾਂ ਗੱਲ ਕੀਤੀ, ਇਹ ਤਿੰਨੇ ਇੱਥੇ ਐਬਸਪੋਰਟ ਦੇ ਸਾਹਮਣੇ ਸੂਮਾ ਸ਼ਹਿਰ ਹੈ ਉੱਥੇ ਫੜੇ ਗਏ ਸੀ ਜੀ। ਪਿਸਤੌਲ ਲੈਣ ਗਏ ਹੋਏ। ਪਿਸਤੌਲ ਲੈਣ ਗਏ। ਹਾਂਜੀ। ਮੇਵਾ ਸਿੰਘ ਇਸ ਪਾਸੇ ਫੜਿਆ ਗਿਆ ਸੀ ਜਦੋਂ ਬਾਰਡਰ ਪਾਰ ਕੇ ਆਏ। 4 ਜਣੇ ਗਏ ਸੀ ਉੱਥੇ ਹਥਿਆਰ ਖਰੀਦਣ। ਜੀ ਜੀ। ਤੇ ਮੇਰੀ ਕਿਤਾਬ ਵਿੱਚ ਤਸਵੀਰ ਵੀ ਜਿੱਥੇ ਭਾਈ ਭਾਗ ਸਿੰਘ ਵੀ ਅੰਦਰ ਕੈਦ ਕੀਤੇ ਹੋਏ ਸਮਾਜ ਦੀ ਜੇਲ੍ਹ ਦੇ ਵਿੱਚ ਜੀ। ਤੇ ਜਦੋਂ ਇੱਥੇ ਕਾਮਯਾਬ ਨਾ ਹੋਏ ਤਾਂ ਫਿਰ ਇਹਨਾਂ ਨੇ ਅਮਰੀਕਾ ਦੇ ਵਿੱਚ ਹਥਿਆਰ ਖਰੀਦੇ ਹੈ ਜੀ। ਜਦ ਸੋਹਣ ਸਿੰਘ ਭਕਨਾ ਸੀ, ਇਹ ਜਿਸ ਦਿਨ ਇੱਥੋਂ ਮਤਲਬ ਕਾਮਾਗਾਟਾ ਮਾਰੂ ਗਿਆ ਉਹ ਤੋਂ ਸ਼ਾਇਦ ਇੱਕ ਦਿਨ ਪਹਿਲਾਂ ਦੀ ਗੱਲ ਹੈ ਮੇਰੇ ਖਿਆਲ 'ਚ, ਉਹ ਕੋਈ 300 ਪਿਸਤੌਲ ਪੇਟੀਆਂ ਭਰੀਆਂ ਤੇ ਨਾਲ ਹਜ਼ਾਰਾਂ ਗੋਲੀਆਂ ਉਹ ਲੈ ਕੇ ਵਿਦਾ ਹੋਇਆ ਸੀ। ਵਾਹ ਜੀ ਵਾਹ। ਤੇ ਐਕਚੁਅਲੀ ਤਾਂ ਪਹਿਲਾਂ ਜਦੋਂ ਇਹ ਲੈ ਕੇ ਗਏ ਇਹਦੇ ਵਿੱਚ ਕਰਤਾਰ ਸਿੰਘ ਸਰਾਭੇ ਦਾ ਬੜਾ ਵੱਡਾ ਹੱਥ ਸੀ। ਅੱਛਾ ਜੀ। ਐਕਚੁਅਲੀ ਕਰਤਾਰ ਸਿੰਘ ਸਰਾਭਾ ਤਾਂ ਪਹਿਲਾਂ ਜਿਹੜਾ ਭਾਈ ਭਗਵਾਨ ਸਿੰਘ ਹੋਇਆ ਨਾ, ਜਿਹੜਾ ਇੱਥੇ 1913 ਵਿੱਚ ਆਏ ਸੀ ਇੱਥੇ ਵੈਨਕੂਵਰ। ਹਾਂਜੀ ਹਾਂਜੀ। ਇਹ ਜਦੋਂ ਕਰਤਾਰ ਸਿੰਘ ਸੋਹਣ ਸਿੰਘ ਭਕਨਾ ਗਿਆ ਨਾ ਜੁਲਾਈ 1914 ਨੂੰ ਵਾਪਸ, ਉਹਦੀ ਥਾਂ ਤੇ ਗਦਰ ਪਾਰਟੀ ਦੇ ਪ੍ਰਧਾਨ ਬਣੇ ਸੀ। ਬੜਾ ਵੱਡਾ ਇਨਕਲਾਬੀ ਕਵੀ ਸੀ ਭਾਈ ਭਗਵਾਨ ਸਿੰਘ ਜੱਖ ਪ੍ਰੀਤਮ ਜੀ। ਉਹਨਾਂ ਨੂੰ ਇਹ ਕਹਿੰਦੇ ਨੇ ਕਿ ਭਾਈ ਜੇ ਮੈਨੂੰ ਹੁਕਮ ਹੋਵੇ, ਇਹ ਜਹਾਜ਼ ਚਲਾਉਣ ਜਾਂਦੇ ਗਦਰ ਪਾਰਟੀ ਨੇ ਜਹਾਜ਼ ਸਿੱਖਣਾ ਨੂੰ ਸਿਖਾ ਲਿਆ ਸੀ। ਅੱਛਾ ਜੀ। ਇਹ ਛੋਟਾ ਜਹਾਜ਼ ਚਲਾ ਲੈਂਦੇ ਸੀ। ਉਹ ਕਹਿੰਦੇ ਨੇ ਜੰਗ ਸੀ ਨਾ, ਮੁੰਡਾ ਜੋਸ਼ ਸੀ, ਜੇ ਮੈਨੂੰ ਹੁਕਮ ਹੋਵੇ ਤਾਂ ਕਹਿੰਦਾ ਮੈਂ ਕਾਮਾਗਾਟਾ ਮਾਰੂ ਤੇ ਜਾ ਕੇ ਹਥਿਆਰ ਸੁੱਟਿਆ ਹੋਣਾ ਹੈ ਜੀ। ਹਾਂਜੀ। ਤੇ ਫਿਰ ਇਹ ਜਿਹੜੇ ਸੋਹਣ ਸਿੰਘ ਭਕਨਾ ਲੈ ਕੇ ਗਿਆ ਸੀ ਹਥਿਆਰ, ਜਦੋਂ ਪੌਣੇ 300 ਹਥਿਆਰ ਖਰੀਦਿਆ ਨਾ ਸੈਨ ਫਰਾਂਸਿਸਕੋ ਦੇ ਵਿੱਚ, ਉਹਨੂੰ ਲਿਆ ਕੇ ਗਦਰ ਆਸ਼ਰਮ ਵਿੱਚ ਰੱਖ ਲਿਆ। ਜੀ ਜੀ। ਫਿਰ ਕਰਤਾਰ ਸਿੰਘ ਸਰਾਭਾ ਪਹਿਲਾਂ ਰੱਖ ਕੇ ਆਇਆ ਸੀ ਉੱਥੇ ਜਹਾਜ਼ ਦੇ ਵਿੱਚ। ਫਿਰ ਸੋਹਣ ਸਿੰਘ ਭਕਨਾ ਕੱਲਾ ਜਾ ਕੇ ਬਹਿ ਗਿਆ ਜੀ, ਹਥਿਆਰ ਪਹਿਲੇ ਪਿਸਤੌਲ ਪਹਿਲੇ ਰੱਖੇ ਹੋਏ ਸੀ ਕਰਤਾਰ ਸਿੰਘ ਸਰਾਭੇ ਨੇ ਜੀ। ਇਹ ਜਿਹੜੀ ਗੱਲਬਾਤ ਆ ਇਹ ਮੈਂ ਤੁਹਾਨੂੰ, ਮੇਰੇ ਕੋਲ ਇੱਕ ਟੇਪ ਹੈ, ਮੈਂ ਤੁਹਾਨੂੰ ਉਹਦੇ ਵਿੱਚੋਂ ਸੁਣਾਉਣਾ। ਜਿਹੜਾ ਭਾਈ ਭਗਵਾਨ ਸਿੰਘ ਸੀ ਜਿਹੜਾ ਉਸ ਵੇਲੇ 1913 ਵਿੱਚ ਇੱਥੇ ਸੀ ਜੀ, ਤੇ ਜਿਹਨੂੰ ਕਰਤਾਰ ਸਿੰਘ ਸਰਾਭਾ ਕਹਿੰਦਾ ਕਿ ਮੈਂ ਹਥਿਆਰ ਸੁੱਟਿਆ ਹੋਣਾ, ਉਹਦੇ ਆਪਣੇ ਬੋਲ ਨੇ, ਉਹਦੇ ਆਪਣੇ ਸ਼ਬਦ ਨੇ। ਮੈਂ ਤੁਹਾਨੂੰ ਟੇਪ ਸੁਣਾਉਣਾ, ਥੋੜੀ ਕੁਆਲਿਟੀ ਤਾਂ ਥੋੜੀ ਮਾੜੀ ਆ, ਸਿਰਫ ਮਿੰਟ ਦੀ ਆ। ਜੀ ਜੀ ਜ਼ਰੂਰ, ਇਹ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਆ ਜ਼ਰੂਰ, ਤੇ ਤੁਹਾਡੇ ਸਰੋਤੇ ਮੇਰਾ ਖਿਆਲ ਚ ਪਸੰਦ ਕਰਨਗੇ। ਬਿਲਕੁਲ ਬੜੀ ਇਤਿਹਾਸਕ ਚੀਜ਼ ਆ। ਦੇਖੋ ਨਾ 1913 ਵਿੱਚ ਇੱਥੇ ਬੰਦਾ ਸੀ ਗਦਰ ਪਾਰਟੀ ਦਾ, ਬਾਅਦ ਪ੍ਰਧਾਨ ਬਣਿਆ 1914 ਵਿੱਚ। ਉਹਦੀ ਆਪਣੀ ਆਵਾਜ਼ ਆ ਇਹ। ਦੇਖੋ ਕਰਤਾਰ ਸਿੰਘ ਸਰਾਭੇ ਬਾਰੇ ਕੀ ਕਹਿੰਦਾ ਕਿ ਕਿਸ ਕਿਸਮ ਦਾ ਨੌਜਵਾਨ ਸੀ। ਕਹਿੰਦਾ ਮੈਂ ਇੰਨਾ ਬਹਾਦਰ ਬੰਦਾ ਨਹੀਂ ਕਦੀ ਦੇਖਿਆ ਹੈ ਜੀ। ਤੇ ਇਹ ਪਲੀਜ਼ ਤੁਸੀਂ ਸੁਣਿਓ ਜੀ। ਮੈਂ ਉਮੀਦ ਆ ਫੋਨ ਦੇ ਉੱਤੇ ਆ ਜਾਏਗੀ ਗੱਲਬਾਤ, ਦੇਖਦੇ ਆ ਜੀ ਜ਼ਰੂਰ। ਸਿਰਫ ਇੱਕ